ਬੱਚਿਓ, ਅੱਜ ਆਪਾਂ ਖੇਤੀਬਾੜੀ ਤੇ 8ਵੀਂ ਜਮਾਤ ਦਾ ਪਹਿਲਾ ਪਾਠ ਭੂਮੀ ਅਤੇ ਭੂਮੀ ਸੁਧਾਰ ਕਰਾਂਗੇ। ਤੇ ਆਪ ਇਸ ਚੈਨਲ ਨੂੰ ਜ਼ਰੂਰ ਸਬਸਕ੍ਰਾਈਬ ਕਰਨਾ ਤਾਂ ਜੋ ਕਿ ਮੈਂ ਇਸ ਖੇਤੀਬਾੜੀ ਦੀ 8ਵੀਂ ਜਮਾਤ ਦੇ ਵਿਸ਼ੇ ਨਾਲ ਸੰਬੰਧਿਤ ਤੁਹਾਨੂੰ ਨਵੀਂ ਤੋਂ ਨਵੀਂ ਜਾਣਕਾਰੀਆਂ ਦੇ ਸਕਾਂ। ਅੱਜ ਆਪਾਂ ਪਹਿਲਾ ਪਾਠ ਭੂਮੀ ਅਤੇ ਭੂਮੀ ਸੁਧਾਰ ਪੜ੍ਹਾਂਗੇ। ਇਸ ਬਾਰੇ ਤੁਸੀਂ ਸਮਾਜਿਕ ਸਿੱਖਿਆ ਦੇ ਪਾਠ ਨੰਬਰ 1 'ਚ ਵੀ ਪੜ੍ਹ ਚੁੱਕੇ ਹੋ, ਪਰ ਖੇਤੀਬਾੜੀ ਦੇ ਸੰਦਰਭ ਵਿੱਚ ਭੂਮੀ ਧਰਤੀ ਦੇ ਉੱਪਰਲੀ ਉਸ ਮਿੱਟੀ ਨੂੰ ਕਹਿੰਦੇ ਹਨ ਜਿਸ ਵਿੱਚ ਫਸਲ ਦੀਆਂ ਜੜ੍ਹਾਂ ਹੁੰਦੀਆਂ ਹਨ। ਭਾਵ ਜਿੱਥੇ ਅਸੀਂ ਫਸਲ ਉਗਾਉਂਦੇ ਨੇ ਉਸ ਮਿੱਟੀ ਦੀ ਧਰਤੀ ਦੇ ਉਸ ਉੱਪਰਲੀ ਮਿੱਟੀ ਨੂੰ ਭੂਮੀ ਕਿਹਾ ਜਾਂਦਾ ਹੈ। ਇਸ ਮਿੱਟੀ ਵਿੱਚੋਂ ਫਸਲ ਨੂੰ ਪਾਣੀ ਅਤੇ ਖੁਰਾਕ ਮਿਲਦੇ ਹਨ ਅਤੇ ਨਾਲ ਹੀ ਬੂਟਿਆਂ ਨੂੰ ਖੜੇ ਰੱਖਣ ਲਈ ਉਹਨਾਂ ਦੀਆਂ ਜੜ੍ਹਾਂ ਨੂੰ ਸਹਾਰਾ ਮਿਲਦਾ ਹੈ। ਸੋ ਫਸਲ ਦੀਆਂ ਲੋੜਾਂ ਪੂਰੀਆਂ ਕਰਨ ਵਾਲੀ ਧਰਤੀ ਹੀ ਭੂਮੀ ਅਖਵਾਉਂਦੀ ਹੈ। ਭੂਮੀ ਵਿਗਿਆਨਕ ਦ੍ਰਿਸ਼ਟੀਕੋਣ ਅਨੁਸਾਰ ਇੱਕ ਕੁਦਰਤੀ ਵਸਤੂ ਹੈ ਜੋ ਕੁਦਰਤੀ ਸ਼ਕਤੀਆਂ ਦੇ ਪ੍ਰਭਾਵ ਹੇਠ ਕੁਦਰਤੀ ਮਾਦੇ ਤੋਂ ਪੈਦਾ ਹੁੰਦੀ ਹੈ। ਆਮ ਤੌਰ 'ਤੇ ਇਹ ਖਣਿਜ ਅਤੇ ਜੀਵਕ ਮਾਦੇ ਤੋਂ ਪੈਦਾ ਹੋਈਆਂ ਤਹਿਆਂ ਵਿੱਚ ਹੁੰਦੀ ਹੈ। ਕਿਸਾਨ ਦੇ ਸਮਝਣ ਵਿੱਚ ਤਾਂ ਭੂਮੀ ਇੱਕ ਬੇਜਾਨ ਮਿੱਟੀ ਹੈ। ਬੱਚਿਓ, ਜਿਸ ਤਰ੍ਹਾਂ ਕਿਸਾਨ ਇਹਨੂੰ ਇੱਕ ਆਮ ਜਿਹੀ ਮਿੱਟੀ ਸਮਝਦਾ ਹੈ, ਪਰ ਇੱਕ ਭੂਮੀ ਵਿਗਿਆਨੀ ਲਈ ਇਹ ਸਮੇਂ ਨਾਲ ਤਬਦੀਲ ਹੋ ਰਹੀ ਇੱਕ ਜਾਨਦਾਰ ਵਸਤੂ ਹੈ, ਕਿਉਂਕਿ ਇਸ ਵਿੱਚ ਬੇਅੰਤ ਜੀਵਾਣੂਆਂ, ਕੀਟਾਣੂਆਂ ਅਤੇ ਛੋਟੇ ਵੱਡੇ ਬੂਟਿਆਂ ਨੂੰ ਪਾਲਣ ਪੋਸ਼ਣ ਦੀ ਸ਼ਕਤੀ ਹੈ। ਇਸ ਮਿੱਟੀ ਕਾਰਨ ਹੀ ਸਾਨੂੰ ਫਸਲ ਤੋਂ ਜਿਹੜਾ ਵਧੀਆ ਝਾੜ ਮਿਲਦਾ ਹੈ, ਉਹਦੀ ਉਪਜ ਬਹੁਤ ਸੋਹਣੀ ਹੁੰਦੀ ਅਤੇ ਅਸੀਂ ਕਿਸਾਨ ਭਰਾ ਸਾਡੇ ਤੋਂ ਬਹੁਤ ਕਮਾਈ ਕਰਦੇ ਹਨ, ਜਾਂ ਆਪਾਂ ਆਪਣਾ ਜਿਹੜੇ ਰੋਜ਼ਮर्रा ਦੀ ਕਮਾਈ ਖੇਤੀਬਾੜੀ 'ਤੇ ਨਿਰਭਰ ਹੈ, ਉਹ ਇਸ ਮਿੱਟੀ ਦੀ ਦੇਣ ਹੀ ਹੈ ਕਿ ਆਪਾਂ ਵੱਖ ਵੱਖ ਫਸਲਾਂ ਉਗਾ ਪਾਉਂਦੇ ਹਾਂ। ਜੇ ਚਿੱਤਰ ਦੇ ਹਿਸਾਬ ਆਪਾਂ ਸਮਝੀਏ ਕਿ ਭੂਮੀ ਦੇ ਮੁੱਖ ਭਾਗ ਕਿਸ ਤਰ੍ਹਾਂ ਵੰਡੇ ਹੋਏ ਹਨ, ਉਸ ਵਿੱਚ 45% ਖਣਿਜ ਹੁੰਦਾ ਹੈ। ਖਣਿਜ ਦਾ ਭਾਵ ਜਿਹੜੇ ਤੇਲ ਹੋ ਗਿਆ, ਕੋਇਲਾ ਹੋ ਗਿਆ, ਮੈਗਨੀਜ਼ੀਅਮ, ਐਲੂਮੀਨੀਅਮ ਜਾਂ ਇੱਦਾਂ ਦੇ ਕੋਈ ਵੀ ਜਿਹੜੇ ਪਦਾਰਥ ਜਿਹੜੇ ਸਾਨੂੰ ਮਿਲਦੇ ਧਰਤੀ 'ਚ, ਉਹ 45% ਆ ਭੂਮੀ ਦੇ ਭਾਗ 'ਚ। ਸਿਰਫ 0 ਤੋਂ 5% ਜੈਵਿਕ ਪਦਾਰਥ ਹਨ। ਜੈਵਿਕ ਪਦਾਰਥ ਤੋਂ ਮਤਲਬ ਜਿਹੜੇ ਪੱਤੇ ਵਗੈਰਾ ਗਲ ਸੜ ਕੇ ਆਪਣੀ ਖਾਦ ਬਣਾਉਂਦੇ ਆ, ਅਤੇ ਜਾਂ ਹੋਰ ਇੱਦਾਂ ਦੀ ਹਰੀ ਚੀਜ਼ਾਂ ਤੋਂ ਜਿਹੜੀ ਬਣੀਆਂ ਹੁੰਦੀਆਂ, ਅਤੇ ਜਾਂ ਕੀੜੇ ਮਕੌੜੇ ਜਿਹੜੇ ਮਰ ਜਾਂਦੇ ਅਤੇ ਉਹਦੇ ਵਿੱਚ ਹੁੰਦੇ, ਉਹ ਕੁਦਰਤੀ ਚੀਜ਼ਾਂ ਤੋਂ ਜਿਹੜਾ ਪਦਾਰਥ ਬਣਦੇ ਆ, ਉਹ ਜੈਵਿਕ ਪਦਾਰਥ ਹੁੰਦੇ ਹਨ। ਉਸ ਤਰ੍ਹਾਂ 25% ਹਵਾ ਹੁੰਦੀ ਹੈ ਅਤੇ 25% ਹੀ ਪਾਣੀ ਹੁੰਦਾ ਹੈ। ਬੱਚੋ, ਭੂਮੀ ਦੇ ਕਈ ਤਰ੍ਹਾਂ ਦੇ ਗੁਣ ਹੁੰਦੇ ਹਨ ਜਿਨ੍ਹਾਂ ਨੂੰ ਮੁੱਖ ਤੌਰ 'ਤੇ ਭੌਤਿਕ ਅਤੇ ਰਸਾਇਣਿਕ ਗੁਣਾਂ ਵਿੱਚ ਵੰਡਿਆ ਜਾਂਦਾ ਹੈ। ਸਭ ਤੋਂ ਪਹਿਲਾਂ ਬੱਚੋ ਪੜ੍ਹਾਂਗੇ ਭੂਮੀ ਦੇ ਭੌਤਿਕ ਗੁਣ, ਮਤਲਬ ਕਿ ਫਿਜ਼ੀਕਲ ਕਰੈਕਟਰ ਭੂਮੀ ਦੇ ਕੀ ਹੁੰਦੇ ਹਨ। ਫਿਜ਼ੀਕਲ ਕਰੈਕਟਰ ਦਾ ਭਾਵ ਹੈ ਕਿ ਭੂਮੀ ਦੇ ਉਹ ਗੁਣ ਜਿਹੜੇ ਸਾਨੂੰ ਨਜ਼ਰ ਆਉਂਦੇ ਹਨ ਜਾਂ ਜਿਨ੍ਹਾਂ ਨੂੰ ਅਸੀਂ ਮਹਿਸੂਸ ਕਰ ਸਕਦੇ ਹਾਂ। ਭੂਮੀ ਦੇ ਮੁੱਖ ਭੌਤਿਕ ਗੁਣ ਕਣਾਂ ਦਾ ਆਕਾਰ, ਭੂਮੀ ਘਣਤਾ, ਕਣਾਂ ਦੇ ਦਰਮਿਆਨ ਖਾਲੀ ਥਾਂ, ਪਾਣੀ ਜਮ੍ਹਾਂ ਰੱਖਣ ਦੀ ਤਾਕਤ ਅਤੇ ਪਾਣੀ ਸਮਾਉਣ ਦੀ ਤਾਕਤ ਆਦਿ ਹਨ। ਇਹਨਾਂ ਗੁਣਾਂ ਬਾਰੇ ਹੇਠਾਂ ਸੰਖੇਪ ਵਿੱਚ ਜਾਣਕਾਰੀ ਦਿੱਤੀ ਜਾ ਰਹੀ ਹੈ, ਉਸ ਨੂੰ ਧਿਆਨ ਨਾਲ ਸੁਣਨਾ। ਪਹਿਲਾ, ਕਣਾਂ ਦਾ ਆਕਾਰ, ਮਤਲਬ ਕਿ ਪਾਰਟੀਕਲ ਸਾਈਜ਼, ਮਿੱਟੀ ਦੇ ਜਿਹੜੇ ਕਣ ਨੇ ਉਹਦਾ ਕੀ ਸਾਈਜ਼ ਹੁੰਦਾ, ਉਹਦੇ ਦੇ ਉੱਤੇ ਭੌਤਿਕ ਗੁਣ ਕੀ ਨੇ। ਉਹਦੇ ਮਿੱਟੀ ਵਿਚਲੇ ਖਣਿਜ ਵੱਖ ਵੱਖ ਆਕਾਰ ਦੇ ਹੁੰਦੇ ਹਨ। ਇਹਨਾਂ ਕਣਾਂ ਦੇ ਆਕਾਰ ਦੇ ਆਧਾਰ 'ਤੇ ਭੂਮੀ ਦੀ ਕਿਸਮ ਨਿਰਧਾਰਿਤ ਕੀਤੀ ਜਾਂਦੀ ਹੈ। ਇਹਨਾਂ ਕਣਾਂ ਦੀ ਮਾਤਰਾ ਦੇ ਆਧਾਰ 'ਤੇ ਭੂਮੀ ਨੂੰ 3 ਕਿਸਮਾਂ 'ਚ ਵੰਡਿਆ ਜਾਂਦਾ ਹੈ। ਬੱਚੋ, ਭੂਮੀ ਦੇ ਜਿਹੜੇ ਪਾਰਟੀਕਲ ਸਾਈਜ਼, ਕਣਾਂ ਦਾ ਆਕਾਰ, ਉਹਦੇ 'ਤੇ ਆਧਾਰ 'ਤੇ ਅਸੀਂ ਭੂਮੀ ਨੂੰ 3 ਕਿਸਮਾਂ 'ਚ ਵੰਡਦੇ ਹਾਂ। ਸਭ ਤੋਂ ਪਹਿਲੀ ਰੇਤਲੀ ਭੂਮੀ ਆ, ਜਿਹਨੂੰ ਸੈਂਡੀ ਸੋਇਲ ਵੀ ਕਹਿੰਦੇ ਆ। ਇਸ ਦੀ ਪਹਿਚਾਣ ਕਈ ਢੰਗਾਂ ਨਾਲ ਹੋ ਸਕਦੀ ਹੈ। ਅਤੇ ਫਿਜ਼ੀਕਲ ਭੌਤਿਕ ਗੁਣਾਂ ਦੀ ਪਛਾਣ ਆਪਾਂ ਆਸਾਨੀ ਨਾਲ ਕਰ ਸਕਦੇ ਹਾਂ। ਇਹਨਾਂ ਵਿੱਚ ਸਿੰਚਾਈ ਲਈ ਪਾਣੀ ਲਾਉਂਦੇ ਸਾਰ ਹੀ ਜਜ਼ਬ ਹੋ ਜਾਂਦਾ ਹੈ। ਹੱਥ ਵਿੱਚ ਗਿੱਲੀ ਮਿੱਟੀ ਦਾ ਲੱਡੂ ਜਿਹਾ ਬਣਾਈਏ ਤਾਂ ਫੌਰਨ ਹੀ ਭੁਰ ਜਾਂਦਾ ਹੈ। ਉਂਗਲਾਂ ਵਿੱਚ ਲੈ ਕੇ ਸਿੱਲੀ ਮਿੱਟੀ ਨੂੰ ਰਗੜੀਏ ਤਾਂ ਇਸ ਦੇ ਕਣ ਰੜਕਦੇ ਹਨ ਅਤੇ ਉਂਗਲਾਂ ਨਾਲ ਚਿਪਕਦੀ ਨਹੀਂ। ਰੇਤਲੀ ਮਿੱਟੀ ਹੋਣ ਕਰਕੇ ਜਦੋਂ ਅਸੀਂ ਇਹ ਟੀਮ ਬਣਾਉਂਦੇ ਹਾਂ ਅਤੇ ਸਾਡੀ ਉਂਗਲਾਂ ਨਾਲ ਨਹੀਂ ਚਿਪਕਦੀ ਹੈ। ਇਸ ਮਿੱਟੀ ਦੀ ਵਾਹੀ ਬੜੀ ਆਸਾਨ ਹੁੰਦੀ ਹੈ। ਆਮ ਕਰਕੇ ਇਹਨਾਂ ਭੂਮੀਆਂ ਨੂੰ ਹਲਕਿਆ ਜਾਂ ਹੌਲੀ ਜ਼ਮੀਨ ਵੀ ਕਿਹਾ ਜਾਂਦਾ ਹੈ। ਇਹ ਜ਼ਮੀਨਾਂ
ਖੇਤੀਬਾੜੀ ਪੱਖੋਂ ਜ਼ਿਆਦਾ ਉਪਜਾਊ ਨਹੀਂ ਹੁੰਦੀਆਂ, ਕਿਉਂਕਿ ਇਹਨਾਂ ਜ਼ਮੀਨਾਂ ਵਿੱਚ ਕਈ ਖੁਰਾਕੀ ਤੱਤਾਂ ਦੀ ਘਾਟ ਆ ਸਕਦੀ ਹੈ ਅਤੇ ਸਿੰਚਾਈ ਵਿੱਚ ਥੋੜ੍ਹੇ ਦਿਨਾਂ ਦੀ ਦੇਰੀ ਨਾਲ ਫਸਲ ਸੋਕੇ ਦੇ ਸ਼ਿਕਾਰ ਹੋ ਸਕਦੀ ਹੈ। ਦੂਜੀ ਕਿਸਮ ਚੀਕਣੀਆਂ ਜ਼ਮੀਨਾਂ, ਕਲੇਈ ਸੋਇਲ। ਘੱਟੋ ਘੱਟ 40% ਚੀਕਨੇ ਕਣ ਰੱਖਣ ਵਾਲੀ ਭੂਮੀ ਨੂੰ ਚੀਕਣੀ ਭੂਮੀ ਕਿਹਾ ਜਾਂਦਾ ਹੈ। ਇਹਨਾਂ ਜ਼ਮੀਨਾਂ ਵਿੱਚ ਪਾਣੀ ਬਹੁਤ ਦੇਰ ਤੱਕ ਖੜਾ ਰਹਿੰਦਾ ਹੈ। ਜਿੱਦਾਂ ਕਿ ਤੁਹਾਨੂੰ ਪਹਿਲਾਂ ਦੱਸਿਆ, ਰੇਤਲੀ ਜ਼ਮੀਨਾਂ 'ਚ ਪਾਣੀ ਜਜ਼ਬ ਹੋ ਜਾਂਦਾ ਹੈ, ਪਰ ਚੀਕਣੀਆਂ ਜ਼ਮੀਨਾਂ ਵਿੱਚ ਪਾਣੀ ਬਹੁਤ ਚਿਰ ਖੜਾ ਰਹਿੰਦਾ ਹੈ। ਥੋੜ੍ਹੀ ਜਿਹੀ ਵੱਤਰ ਘਟ ਜਾਵੇ ਤਾਂ ਵਾਹੀ ਵੇਲੇ ਟੀਮਾਂ ਉੱਡਦੀਆਂ ਹਨ, ਸੁੱਕਣ 'ਤੇ ਤਰੇੜਾਂ ਫੜਦੀਆਂ ਹਨ। ਸਿੱਲੀ ਮਿੱਟੀ ਦੇ ਲੱਡੂ ਆਸਾਨੀ ਨਾਲ ਵੱਟੇ ਜਾ ਸਕਦੇ ਹਨ। ਆਮ ਤੌਰ 'ਤੇ ਜ਼ਿਆਦਾ ਚੀਕਨੇ ਕਣ ਰੱਖਣ ਵਾਲੀਆਂ ਜ਼ਮੀਨਾਂ ਵਿੱਚ ਪਾਣੀ ਜਮ੍ਹਾਂ ਰੱਖਣ ਦੀ ਤਾਕਤ ਰੇਤਲੀ ਜ਼ਮੀਨਾਂ ਨਾਲੋਂ ਵੱਧ ਹੁੰਦੀ ਹੈ। ਦੇਸੀ ਜਾਂ ਹਰੀਆਂ ਖਾਦਾਂ ਦੀ ਵਰਤੋਂ ਕਰਨ ਨਾਲ ਭੂਮੀ ਦੀ ਪਾਣੀ ਚੂਸ਼ਣ ਸ਼ਕਤੀ ਨੂੰ ਵਧਾਇਆ ਜਾ ਸਕਦਾ ਹੈ। ਫਿਰ ਤੀਜਾ, ਮੇਰਾ ਜ਼ਮੀਨਾਂ ਜਾਂ ਲੋਮੀ ਸੋਇਲਸ। ਇਹਨਾਂ ਦੇ ਲੱਛਣ ਰੇਤਲੀਆਂ ਅਤੇ ਚੀਕਣੀਆਂ ਦੇ ਵਿਚਕਾਰ ਹੁੰਦੇ ਹਨ। ਹਵਾਖੋਰੀ, ਪਾਣੀ ਦਾ ਸੰਚਾਲਕ, ਪਾਣੀ ਸਾਂਭ ਸਮਰੱਥਾ, ਖੁਰਾਕੀ ਤੱਤਾਂ ਦੀ ਮਾਤਰਾ ਆਦਿ ਗੁਣ ਭਰਪੂਰ ਫਸਲ ਲੈਣ ਲਈ ਬੜੇ ਢੁਕਵੇਂ ਅਤੇ ਉਪਜਾਊ ਹੁੰਦੇ ਹਨ। ਇਸ ਤਰ੍ਹਾਂ ਹਰ ਪੱਖੋਂ ਖੇਤੀਬਾੜੀ ਲਈ ਮੇਰਾ ਜ਼ਮੀਨਾਂ ਉੱਤਮ ਮੰਨੀਆਂ ਜਾਂਦੀਆਂ ਹਨ। ਸੋ ਖੇਤੀਬਾੜੀ ਲਈ ਸਭ ਤੋਂ ਉੱਤਮ ਜ਼ਮੀਨ ਕਿਹੜੀ ਮੰਨੀ ਜਾਂਦੀ ਹੈ? ਮੇਰਾ ਜ਼ਮੀਨਾਂ ਜਾਂ ਲੋਮੀ ਸੋਇਲ। ਹੱਥਾਂ ਵਿੱਚ ਸਰਕਾਉਣ ਤੋਂ ਇਹ ਪਾਊਡਰ ਵਾਂਗ ਸਿਰਕਦੀਆਂ ਹਨ। ਬੱਚੋ, ਇਹ ਸਨ ਮਿੱਟੀ ਦੇ ਭੌਤਿਕ ਗੁਣ। ਜਿੱਥੇ ਅਸੀਂ ਇਹਨੂੰ ਵੱਖੋ ਵੱਖਰੀ ਜ਼ਮੀਨਾਂ 'ਚ ਵੰਡ ਕਰਦੇ ਹਾਂ, ਉਸੇ ਤਰ੍ਹਾਂ ਹੀ ਇਹਨਾਂ ਦੇ ਜ਼ਮੀਨਾਂ ਦੇ ਮਿੱਟੀ ਦੇ ਰਸਾਇਣਿਕ ਗੁਣ ਦੇ ਆਧਾਰ 'ਤੇ ਵੀ ਆਪਾਂ ਵੰਡ ਕਰਦੇ ਹਾਂ। ਰਸਾਇਣਿਕ ਗੁਣ ਜੀ, ਕੈਮੀਕਲ ਕਰੈਕਟਰ ਜਿਹੜੇ ਉਹਦੇ, ਇਹ ਭੂਮੀ ਮੁੱਖ ਰਸਾਇਣਿਕ ਗੁਣਾਂ ਵਿੱਚ pH, ਚਾਲਕਤਾ, ਸੋਡੇ ਦੀ ਮਾਤਰਾ ਅਤੇ ਕੈਟਾਇਨ ਐਕਸਚੇਂਜ ਕੈਪੈਸਿਟੀ ਆਦਿ ਹਨ। ਇਹਨਾਂ ਰਸਾਇਣਿਕ ਗੁਣਾਂ ਦੇ ਆਧਾਰ 'ਤੇ ਭੂਮੀ ਨੂੰ ਭਿੰਨ ਕਿਸਮਾਂ 'ਚ ਵੰਡਿਆ ਜਾ ਸਕਦਾ ਹੈ। ਇਹਨਾਂ ਵਿੱਚ ਕੁਝ ਦਾ ਵੇਰਵਾ ਅਸੀਂ ਹੁਣ ਦੱਸਾਂਗੇ। ਸਭ ਤੋਂ ਪਹਿਲੀ, ਤੇਜ਼ਾਬੀ ਜ਼ਮੀਨਾਂ, ਐਸਿਡਿਕ ਸੋਇਲ। ਤੇਜ਼ਾਬੀ ਭੂਮੀਆਂ ਦੀ ਸਮੱਸਿਆ ਵਧੇਰੇ ਵਰਖਾ ਵਾਲੇ ਇਲਾਕਿਆਂ ਵਿੱਚ ਵੇਖਣ ਨੂੰ ਮਿਲਦੀ ਹੈ। ਵਧੇਰੇ ਵਰਖਾ ਕਾਰਨ ਜ਼ਿਆਦਾ ਹਰਿਆਵਲ ਰਹਿੰਦੀ ਹੈ। ਜੜੀ ਬੂਟੀਆਂ ਅਤੇ ਦਰੱਖਤਾਂ ਦੇ ਪੱਤੇ ਡਿੱਗ ਕੇ ਗਲਦੇ ਸੜਦੇ ਰਹਿੰਦੇ ਹਨ। ਇਹਨਾਂ ਤੋਂ ਤੇਜ਼ਾਬੀ ਮਾਦਾ ਵਧੇਰੇ ਮਾਤਰਾ 'ਚ ਪੈਦਾ ਹੁੰਦਾ ਹੈ। ਇਸ ਤੋਂ ਇਲਾਵਾ ਮੀਂਹ ਦੇ ਪਾਣੀ ਨਾਲ ਖਾਰੇ ਨਮਕ ਭੂਮੀ ਵਿੱਚੋਂ ਨਿਕਲ ਜਾਂਦੇ ਹਨ, ਜਿਸ ਕਾਰਨ ਤੇਜ਼ਾਬੀ ਭੂਮੀ ਉਤਪੰਨ ਹੁੰਦੀ ਹੈ। ਬੱਚੋ, ਤੇਜ਼ਾਬੀ ਅਤੇ ਖਾਰੇਪਨ ਨੂੰ ਨਾਪਣ ਦਾ ਪੈਮਾਨਾ ਕੀ ਹੁੰਦਾ ਹੈ? pH ਹੈ। ਜੇ ਅਸੀਂ ਜ਼ਮੀਨ ਦਾ ਕੋਈ ਤੇਜ਼ਾਬੀ ਜਾਂ ਖਾਰਾਪਨ ਨੂੰ ਨਾਪਣਾ ਹੈ, ਉਹਦਾ ਪੈਮਾਨਾ pH ਹੁੰਦਾ ਹੈ। ਜੇਕਰ ਜ਼ਮੀਨ ਦਾ pH 7 ਤੋਂ ਘੱਟ ਹੈ ਤਾਂ ਉਹ ਜ਼ਮੀਨ ਤੇਜ਼ਾਬੀ ਜ਼ਮੀਨ ਅਖਵਾਉਂਦੀ ਹੈ। ਕਿੰਨਾ pH? ਜੇ pH 7 ਤੋਂ ਘੱਟ ਹੈ ਤਾਂ ਉਹ ਜ਼ਮੀਨ ਤੇਜ਼ਾਬੀ ਜ਼ਮੀਨ ਅਖਵਾਉਂਦੀ ਹੈ। ਬੱਚੋ, ਇਸ ਤਰ੍ਹਾਂ ਖੇਤੀਬਾੜੀ ਪੱਖੋਂ 6.5 ਤੋਂ 8.7 pH ਵਾਲੀਆਂ ਜ਼ਮੀਨਾਂ ਠੀਕ ਮੰਨੀਆਂ ਜਾਂਦੀਆਂ ਹਨ। ਵੈਸੇ ਤਾਂ ਪੰਜਾਬ ਵਿੱਚ ਤੇਜ਼ਾਬੀ ਜ਼ਮੀਨਾਂ ਦੀ ਸਮੱਸਿਆ ਨਹੀਂ ਹੈ। ਕਲਰ ਵਾਲੀਆਂ ਜ਼ਮੀਨਾਂ, ਸਾਲਟ ਅਫੈਕਟਡ ਸੋਇਲ। ਹਰ ਭੂਮੀ ਵਿੱਚ ਥੋੜ੍ਹੇ ਜਾਂ ਬਹੁਤੇ ਲੂਣ ਤਾਂ ਹੁੰਦੇ ਹੀ ਹਨ, ਜੋ ਪੌਦੇ ਦੀ ਖੁਰਾਕ ਵਜੋਂ ਕੰਮ ਆਉਂਦੇ ਹਨ। ਪਰ ਕੁਝ ਹਾਲਤਾਂ ਵਿੱਚ ਇਹਨਾਂ ਲੂਣਾਂ ਦੀ ਮਾਤਰਾ ਇੰਨੀ ਵੱਧ ਜਾਂਦੀ ਹੈ ਕਿ ਜ਼ਮੀਨ ਦੀ ਉਪਜਾਊ ਸ਼ਕਤੀ 'ਤੇ ਮਾੜਾ ਅਸਰ ਪੈਂਦਾ ਹੈ। ਇਹਨਾਂ ਲੂਣਾਂ ਦੀ ਕਿਸਮ ਦੇ ਆਧਾਰ 'ਤੇ ਕਲਰ ਵਾਲੀ ਜ਼ਮੀਨਾਂ ਨੂੰ ਵੀ 3 ਕਿਸਮਾਂ ਵਿੱਚ ਵੰਡਿਆ ਹੈ। ਪਹਿਲੀ ਕਿਸਮ, ਲੂਣੀਆਂ ਭੂਮੀਆਂ, ਸੈਲੀਨ ਸੋਇਲ। ਉਹ ਕਿਹੜੀਆਂ ਹੁੰਦੀਆਂ ਹਨ? ਇਹਨਾਂ ਭੂਮੀਆਂ ਵਿੱਚ ਕੈਲਸ਼ੀਅਮ, ਮੈਗਨੀਜ਼ੀਅਮ ਅਤੇ ਪੋਟਾਸ਼ੀਅਮ ਦੇ ਕਲੋਰਾਈਡ ਅਤੇ ਸਲਫੇਟ ਲੂਣਾਂ ਦੀ ਬਹੁਤਾਤ ਹੁੰਦੀ ਹੈ। ਲੂਣੀਆਂ ਭੂਮੀਆਂ 'ਚ ਕਿਹੜੇ ਲੂਣਾਂ ਦੀ ਬਹੁਤਾਤ ਹੁੰਦੀ ਹੈ? ਕੈਲਸ਼ੀਅਮ, ਮੈਗਨੀਜ਼ੀਅਮ ਅਤੇ ਪੋਟਾਸ਼ੀਅਮ ਦੇ ਕਲੋਰਾਈਡ ਅਤੇ ਸਲਫੇਟ ਲੂਣਾਂ ਦੀ ਬਹੁਤਾਤ ਹੁੰਦੀ ਹੈ। ਆਮ ਤੌਰ 'ਤੇ ਖੁਸ਼ਕ ਮੌਸਮ ਵਿੱਚ ਇਹਨਾਂ ਭੂਮੀਆਂ ਉੱਤੇ ਲੂਣਾਂ ਦੀ ਚਿੱਟੀ ਫੁਲਾਵਟੀ ਤਹਿ ਬਣ ਜਾਂਦੀ ਹੈ। ਇਹਨਾਂ ਦੀ ਪਾਣੀ ਜੀਰਨ ਦੀ ਸਮਰੱਥਾ ਕਾਫੀ ਹੁੰਦੀ ਹੈ ਅਤੇ ਵਾਹੀ ਲਈ
ਪੌਲੀਆਂ ਹੁੰਦੀਆਂ ਹਨ। ਪਾਣੀ ਖੜੇ ਹੋਣ ਦੀ ਸਮੱਸਿਆ ਨਹੀਂ ਹੁੰਦੀ। ਇਲਾਕੇ ਦੀ ਬੋਲੀ ਵਜੋਂ ਇਹਨਾਂ ਨੂੰ ਕੱਲਰ, ਰੇ, ਥੂਰ ਜਾਂ ਸ਼ੋਰਾ ਵੀ ਆਖਦੇ ਹਨ। ਬੱਚੋ, ਲੂਣੀਆਂ ਭੂਮੀਆਂ ਦੀ pH 8.72 ਘੱਟ ਹੁੰਦੀ ਹੈ। ਦੂਜੀਆਂ ਖਾਰੀਆਂ ਜ਼ਮੀਨਾਂ, ਐਲਕਾਲੀ ਸੋਇਲ। ਜਿਨ੍ਹਾਂ ਜ਼ਮੀਨਾਂ ਵਿੱਚ ਸੋਡੀਅਮ ਤੇ ਕਾਰਬੋਨੇਟ ਅਤੇ ਬਾਈਕਾਰਬੋਨੇਟ ਵਾਲੇ ਲੂਣਾਂ ਦੀ ਮਾਤਰਾ ਜ਼ਿਆਦਾ ਹੋਵੇ ਉਹਨਾਂ ਨੂੰ ਖਾਰੀਆਂ ਜ਼ਮੀਨਾਂ ਕਿਹਾ ਜਾਂਦਾ ਹੈ। ਜਿਨ੍ਹਾਂ ਜ਼ਮੀਨਾਂ ਵਿੱਚ ਸੋਡੀਅਮ ਦੇ ਕਾਰਬੋਨੇਟ ਅਤੇ ਬਾਈਕਾਰਬੋਨੇਟ ਵਾਲੇ ਲੂਣਾਂ ਦੀ ਮਾਤਰਾ ਜ਼ਿਆਦਾ ਹੋਵੇ ਉਹਨਾਂ ਨੂੰ ਖਾਰੀਆਂ ਜ਼ਮੀਨਾਂ ਕਿਹਾ ਜਾਂਦਾ ਹੈ। ਸੋਡੀਅਮ ਤੱਤ ਭੂਮੀ ਦੇ ਚੀਕਨੇ ਕਣਾਂ ਨਾਲ ਵੱਡੀ ਮਾਤਰਾ ਵਿੱਚ ਜੁੜ ਜਾਂਦਾ ਹੈ ਅਤੇ ਭੂਮੀ ਦੀ ਭੌਤਿਕ ਅਤੇ ਰਸਾਇਣਿਕ ਦਸ਼ਾ ਖਰਾਬ ਹੋ ਜਾਂਦੀ ਹੈ। ਇਹਨਾਂ ਜ਼ਮੀਨਾਂ ਦੀ ਪਾਣੀ ਜੀਰਨ ਦੀ ਸਮਰੱਥਾ ਬਹੁਤ ਘੱਟ ਹੁੰਦੀ ਹੈ। ਵਾਹੀ ਬਹੁਤ ਕਠਿਨ ਹੁੰਦੀ ਹੈ ਅਤੇ ਜ਼ਰੂਰੀ ਖੁਰਾਕੀ ਤੱਤ ਲੋੜੀਂਦੀ ਮਾਤਰਾ ਵਿੱਚ ਉਪਲਬਧ ਨਹੀਂ ਹੁੰਦੇ। ਉਦੋਂ ਅੱਗੇ ਲੂਣੀਆਂ ਖਾਰੀਆਂ ਜ਼ਮੀਨਾਂ, ਸੈਲੀਨ ਅਲਕਾਲੀ ਸੋਇਲ। ਇਹ ਉਹ ਕਲਰ ਜ਼ਮੀਨਾਂ ਹੁੰਦੀਆਂ ਹਨ ਜਿਨ੍ਹਾਂ ਵਿੱਚ ਖਾਰਾਪਨ ਵੀ ਵੱਧ ਹੁੰਦਾ ਹੈ ਅਤੇ ਲੂਣਾਂ ਦੀ ਮਾਤਰਾ ਵੀ ਵੱਧ ਹੁੰਦੀ ਹੈ। ਇਸ ਤਰ੍ਹਾਂ ਇਹ ਉਪਰੋਕਤ ਦੋਹਾਂ ਤਰ੍ਹਾਂ ਦੇ ਕਲਰ ਦਾ ਮੇਲ ਹੁੰਦਾ ਹੈ। ਇਹਨਾਂ ਵਿੱਚ ਚੀਕਨੇ ਕਣਾਂ ਨਾਲ ਜੁੜੀਆਂ ਸੋਡੀਅਮ ਤੱਤ ਵੀ ਵਧੇਰੇ ਹੁੰਦਾ ਹੈ। ਲੂਣੀਆਂ ਖਾਰੀਆਂ ਜ਼ਮੀਨਾਂ ਵਿੱਚ ਸੋਡੀਅਮ ਤੱਤ ਵਧੇਰੇ ਹੁੰਦਾ ਹੈ ਅਤੇ ਭੂਮੀ ਵਿੱਚ ਚੰਗੇ ਲੂਣ ਦੀ ਵਧੇਰੇ ਮਾਤਰਾ ਵਿੱਚ ਹੁੰਦੇ ਹਨ। ਹੁਣ ਬੱਚੋ, ਆਹ ਤਾਂ ਅਸੀਂ ਜ਼ਮੀਨਾਂ ਦੀਆਂ ਕਿਸਮਾਂ ਪੜ੍ਹ ਲਈਆਂ, ਉਹਨਾਂ ਦੇ ਭੌਤਿਕ ਗੁਣ ਅਤੇ ਰਸਾਇਣਿਕ ਗੁਣ ਕੀ ਹੁੰਦੇ ਉਹਦੇ ਬਾਰੇ ਜਾਣਕਾਰੀ ਲਈ। ਹੁਣ ਜਿਹੜੀ ਮਾੜੀ ਜ਼ਮੀਨਾਂ ਉਹਨਾਂ ਦਾ ਸੁਧਾਰ ਕਿੱਦਾਂ ਕਰ ਸਕਦੇ ਹਨ, ਉਹਨਾਂ ਦੇ ਕੀ ਉਪਾਅ ਹੈ ਤਾਂ ਕਿ ਅਸੀਂ ਉਹਦੇ 'ਚ ਫਸਲ ਉਗਾ ਸਕੀਏ, ਉਹਦਾ ਝਾੜ ਚੰਗਾ ਲਾ ਸਕੀਏ ਅਤੇ ਆਪਣੀ ਖੇਤੀਬਾੜੀ ਨੂੰ ਲਾਹੇਵੰਦ ਬਣਾ ਸਕੀਏ। ਸਭ ਤੋਂ ਪਹਿਲਾਂ ਰੇਤਲੀ ਜ਼ਮੀਨਾਂ ਦਾ ਸੁਧਾਰ ਕਿੱਦਾਂ ਕਰਾਂਗੇ? ਵਧੇਰੇ ਕਰਕੇ ਇਹ ਪੈਲੀਆਂ ਉੱਚੀਆਂ ਨੀਵੀਆਂ ਹੁੰਦੀਆਂ ਹਨ। ਇਹਨਾਂ ਨੂੰ ਪੱਧਰ ਕਰੋ ਅਤੇ ਸਿੰਚਾਈ ਲਈ ਛੋਟੇ ਕਿਆਰੇ ਪਾਓ। ਹਰੀ ਖਾਦ ਲਈ ਸਨ ਜਾਂ ਜੰਤਰ ਨੂੰ ਜ਼ਮੀਨ ਵਿੱਚ ਦਬਾਓ। ਹਰੀ ਖਾਦ ਲਈ ਬੀਜੀ ਗਈ ਫਸਲ ਨੂੰ ਫੁੱਲ ਪੈਣ ਤੋਂ ਪਹਿਲਾਂ ਜਾਂ ਲਗਭਗ 2 ਮਹੀਨੇ ਦੀ ਫਸਲ ਨੂੰ ਜ਼ਮੀਨ ਵਿੱਚ ਦਬਾ ਦਿਓ। ਇਸ ਤੋਂ ਇਲਾਵਾ ਹੋਰ ਫਲੀਦਾਰ ਫਸਲਾਂ ਦੀ ਕਾਸ਼ਤ ਵੀ ਕਰ ਸਕਦੇ ਹਾਂ। ਫਿਰ ਚੰਗੀ ਤਰ੍ਹਾਂ ਗਲੀ ਸੜੀ ਰੂੜੀ ਪਾਉਣੀ ਬੜੀ ਲਾਹੇਵੰਦ ਹੈ। ਰੇਤਲੀ ਜ਼ਮੀਨਾਂ ਵਿੱਚ ਗਲੀ ਸੜੀ ਰੂੜੀ ਪਾਉਣੀ ਬਹੁਤ ਹੀ ਫਾਇਦੇਮੰਦ ਹੁੰਦੀ ਹੈ। ਇਸ ਰੂੜੀ ਦੀ ਖਾਦ ਪਾਉਣ ਸਮੇਂ ਧਿਆਨ ਰੱਖੋ ਕਿ ਇਸ ਨੂੰ ਬੱਤਰ ਖੇਤ ਵਿੱਚ ਪਾ ਕੇ ਨਾਲ ਹੀ ਵਾਹੀ ਦੁਆਰਾ ਖੇਤ ਵਿੱਚ ਮਿਲਾ ਦਿੱਤਾ ਜਾਵੇ। ਇਸ ਤੋਂ ਇਲਾਵਾ ਮੁਰਗੀਆਂ ਦੀ ਖਾਦ, ਸੂਰਾਂ ਦੀ ਖਾਦ, ਕੰਪੋਸਟ ਆਦਿ ਦੀ ਵਰਤੋਂ ਕਰਨ ਨਾਲ ਵੀ ਰੇਤਲੀ ਜ਼ਮੀਨਾਂ ਨੂੰ ਸੁਧਾਰ ਸਕਦੇ ਹਾਂ। ਮਈ ਜੂਨ ਵਿੱਚ ਇਹਨਾਂ ਜ਼ਮੀਨਾਂ ਵਿੱਚ ਕੋਈ ਨਾ ਕੋਈ ਫਸਲ ਬੀਜ ਕੇ ਰੱਖੋ ਤਾਂ ਜੋ ਇਹਨਾਂ ਦੇ ਜੀਵ ਅੰਸ਼ ਮਾਦੇ ਨੂੰ ਨਸ਼ਟ ਹੋਣੋਂ ਬਚਾਇਆ ਜਾ ਸਕੇ। ਸੋ ਬੱਚੋ, ਰੇਤਲੀ ਜ਼ਮੀਨਾਂ ਨੂੰ ਮਈ ਜੂਨ ਦੇ ਵਿੱਚ ਖਾਲੀ ਨਹੀਂ ਛੱਡਣਾ ਚਾਹੀਦਾ, ਕੋਈ ਨਾ ਕੋਈ ਫਸਲ ਜ਼ਰੂਰ ਬੀਜਣੀ ਚਾਹੀਦੀ ਹੈ। ਕੋਸ਼ਿਸ਼ ਕਰੋ ਫਲੀਦਾਰ ਫਸਲਾਂ ਦੀ ਕਾਸ਼ਤ ਹੋਵੇ ਇਸ 'ਤੇ, ਤਾਂ ਕਿ ਉਹਨੂੰ ਆਪਾਂ ਹਰੀ ਖਾਦ ਦੇ ਤੌਰ 'ਤੇ ਵਰਤ ਸਕੀਏ। ਉੱਪਰਲੀ ਰੇਤਲੀ ਤਹਿ ਨੂੰ ਕਰਾ ਕੇ ਇੱਕ ਪਾਸੇ ਟਿੱਬਾ ਲਾ ਦਿਓ ਅਤੇ ਹੇਠਲੀ ਵਧੀਆ ਮਹਿਰਾ ਮਿੱਟੀ ਦੀ ਤਹਿ ਵਰਤੋਂ ਵਿੱਚ ਲਿਆਂਦੀ ਜਾ ਸਕਦੀ ਹੈ। ਛੱਪੜਾਂ ਦੀ ਚੀਕਣੀ ਮਿੱਟੀ ਵੀ ਇਹਨਾਂ ਖੇਤਾਂ ਵਿੱਚ ਪਾਉਣ ਨਾਲ ਲਾਭ ਮਿਲਦਾ ਹੈ। ਫਿਰ ਹੁਣ ਬੱਚੋ, ਚੀਕਣੀ ਮਿੱਟੀਆਂ ਦਾ ਜ਼ਮੀਨਾਂ ਦਾ ਕਿੱਦਾਂ ਸੁਧਾਰ ਕਰ ਸਕਦੇ ਹਾਂ? ਇਹਨਾਂ ਜ਼ਮੀਨਾਂ ਵਿੱਚ ਹਵਾਖੋਰੀ ਵਧਾਉਣ ਲਈ ਦੇਸੀ ਖਾਦਾਂ, ਹਰੀਆਂ ਖਾਦਾਂ ਪਾਉਣਾ ਲਾਹੇਵੰਦ ਹੈ। ਫਸਲ ਦੀ ਰਹਿੰਦ ਖੂੰਹਦ ਨੂੰ ਖੇਤ ਵਿੱਚ ਗਾਲਣ ਦਾ ਪ੍ਰਬੰਧ ਵੀ ਕਰਨਾ ਚਾਹੀਦਾ ਹੈ। ਇਹਨਾਂ ਦੀ ਵੱਤਰ ਸਾਂਭਣੀ ਬੜੀ ਜ਼ਰੂਰੀ ਹੈ, ਨਹੀਂ ਤਾਂ ਵਾਹੀ ਸਮੇਂ ਵੱਡੇ ਵੱਡੇ ਢੇਲੇ ਉੱਠ ਖੜ੍ਹਦੇ ਹਨ। ਖੇਤ ਨੂੰ ਵਧੀਆ ਤਿਆਰੀ ਲਈ ਸੁਹਾਗੇ ਨਾਲੋਂ ਰੋਲਰ ਜਾਂ ਰੋਟਾਵੇਟਰ ਦੀ ਵਰਤੋਂ ਠੀਕ ਰਹਿੰਦੀ ਹੈ। ਬੱਚੋ, ਵਾਧੂ ਪਾਣੀ ਕੱਢਣ ਲਈ ਯੋਗ ਢੰਗ ਨਾਲ ਨਾਲੀਆਂ ਵੀ ਬਣਾਓ। ਚੀਕਣੀ ਜ਼ਮੀਨਾਂ ਝੋਨੇ ਲਈ ਬਹੁਤ ਢੁਕਵੀਆਂ ਹੁੰਦੀਆਂ, ਇਸ ਲਈ ਇਹਨਾਂ ਨੂੰ ਝੋਨੇ ਦੀ ਬਿਜਾਈ ਲਈ ਰਾਖਵੀਆਂ ਰੱਖ ਸਕਦੇ ਹੋ ਤੁਸੀਂ। ਫਿਰ ਬੱਚੋ, ਤੇਜ਼ਾਬੀ ਜ਼ਮੀਨਾਂ ਦੇ ਸੁਧਾਰ ਲਈ ਕੀ ਕਰਨਾ? ਇਹਨਾਂ ਜ਼ਮੀਨਾਂ ਦੀਆਂ ਬਹੁਤ ਸਾਰੀਆਂ ਸਮੱਸਿਆ ਕੇਵਲ ਚੂਨਾ ਪਾਉਣ ਨਾਲ ਹੀ ਹੱਲ ਹੋ ਜਾਂਦੀਆਂ ਹਨ। ਤੇਜ਼ਾਬੀ ਜ਼ਮੀਨਾਂ 'ਚ ਸਿਰਫ ਚੂਨਾ ਪਾ ਦਿਓ, ਉਹਦੇ ਨਾਲ ਹੀ ਬਹੁਤ ਸਾਰੇ ਤੇਜ਼ਾਬੀ ਮਾਦੇ ਮਰ ਜਾਂਦੇ ਹਨ ਅਤੇ ਜ਼ਮੀਨ ਦਾ ਸੁਧਾਰ ਹੋ ਜਾਂਦਾ ਹੈ। ਚੂਨੇ ਦੀ ਮਾਤਰਾ ਵੱਖ-ਵੱਖ ਜ਼ਮੀਨਾਂ ਲਈ ਵੱਖ-ਵੱਖ ਹੁੰਦੀ ਹੈ। ਖੇਤੀਬਾੜੀ ਵਿੱਚ ਚੂਨੇ ਲਈ ਵਰਤਿਆ ਜਾਣ ਵਾਲਾ ਮੁੱਖ ਪਦਾਰਥ ਕੈਲਸ਼ੀਅਮ ਕਾਰਬੋਨੇਟ ਹੈ।
ਜੇ ਖੇਤੀ ਲਈ ਕਿਹੜਾ ਚੂਨਾ ਵਰਤਿਆ ਜਾਂਦਾ ਹੈ? ਕੈਲਸ਼ੀਅਮ ਕਾਰਬੋਨੇਟ। ਇਹਨੂੰ ਯਾਦ ਰੱਖਣਾ ਤੁਸੀਂ, ਕੈਲਸ਼ੀਅਮ ਕਾਰਬੋਨੇਟ ਚੂਨਾ ਜਿਹੜਾ ਉਹ ਖੇਤੀਬਾੜੀ ਲਈ ਵਰਤਿਆ ਜਾਂਦਾ ਹੈ। ਇਸ ਤੋਂ ਇਲਾਵਾ ਗੰਨਾ ਮਿੱਲ ਦੀ ਮੈਲ ਅਤੇ ਲੱਕੜ ਦੀ ਰਾਖ ਵੀ ਵਰਤੀ ਜਾ ਸਕਦੀ ਹੈ। ਚੂਨਾ ਪਾਉਣ ਦਾ ਸਹੀ ਸਮਾਂ ਫਸਲ ਬੀਜਣ ਤੋਂ 3 ਤੋਂ 6 ਮਹੀਨੇ ਪਹਿਲਾਂ ਹੈ। ਫਸਲ ਦੀ ਕਟਾਈ ਤੋਂ ਬਾਅਦ ਚੂਨਾ ਪਾ ਕੇ ਖੇਤ ਵਾਹ ਦੇਣ ਨਾਲ ਵੀ ਜ਼ਮੀਨ ਦੀ ਕਾਫੀ ਸੁਧਾਰ ਹੁੰਦਾ ਹੈ। ਚੂਨਾ ਪਾਉਣ ਨਾਲ ਜ਼ਮੀਨ ਦਾ ਤੇਜ਼ਾਬੀ ਮਾਦਾ ਘਟ ਜਾਂਦਾ ਹੈ ਅਤੇ ਜ਼ਮੀਨ ਭੁਰਭੁਰੀ ਅਤੇ ਦਾਣੇਦਾਰ ਹੋ ਜਾਂਦੀ ਹੈ। ਪਾਣੀ ਦੀ ਲੋੜ ਘਟ ਜਾਂਦੀ ਹੈ। ਪੌਦਿਆਂ ਨੂੰ ਖੁਰਾਕ ਤੱਤਾਂ ਦੇ ਪਾਣੀ ਦੀ ਪ੍ਰਾਪਤੀ ਵਧੇਰੇ ਹੁੰਦੀ ਹੈ। ਪੰਜਾਬ ਵਿੱਚ ਵੀ ਤੇਜ਼ਾਬੀ ਜ਼ਮੀਨ ਦੀ ਵੀ ਕੋਈ ਸਮੱਸਿਆ ਨਹੀਂ। ਬੱਚੋ ਅਖੀਰ 'ਚ ਫਿਰ ਕਲਰ ਜ਼ਮੀਨਾਂ ਦਾ ਸੁਧਾਰ ਕਿੱਦਾਂ ਕਰਨਾ? ਕਲਰ ਸੁਧਾਰਨ ਤੋਂ ਪਹਿਲਾਂ ਸਾਨੂੰ ਕੁਝ ਜਾਣਕਾਰੀ ਜ਼ਰੂਰੀ ਹੋਣੀ ਚਾਹੀਦੀ ਹੈ, ਜਿਵੇਂ ਕਿ ਜ਼ਮੀਨ ਹੇਠਲਾ ਪਾਣੀ ਕਿੰਨੀ ਦੂਰੀ 'ਤੇ ਹੈ, ਇਸ ਪਾਣੀ ਦੀ ਸਿੰਚਾਈ ਲਈ ਯੋਗਤਾ ਕਿਸ ਤਰ੍ਹਾਂ ਦੀ ਹੈ, ਨਹਿਰੀ ਪਾਣੀ ਦੀ ਪ੍ਰਾਪਤੀ ਹੈ ਜਾਂ ਨਹੀਂ, ਧਰਤੀ ਵਿੱਚ ਰੋੜ ਜਾਂ ਹੋਰ ਸਖਤ ਤੈਅ ਹੈ ਜਾਂ ਨਹੀਂ, ਵਾਧੂ ਪਾਣੀ ਕੱਢਣ ਲਈ ਖਾਲਾਂ ਦਾ ਯੋਗ ਪ੍ਰਬੰਧ ਹੈ ਜਾਂ ਨਹੀਂ, ਕਲਰ ਕਿਸ ਕਿਸਮ ਦਾ ਹੈ। ਇਹ ਸਾਰੀ ਜਾਣਕਾਰੀ ਸਾਨੂੰ ਇਸ ਕਲਰ ਜ਼ਮੀਨ ਦੇ ਸੁਧਾਰ ਕਰਨ ਤੋਂ ਪਹਿਲਾਂ ਇਕੱਠੀ ਕਰਨੀ ਪਵੇਗੀ। ਕਲਰ ਵਾਲੀਆਂ ਜ਼ਮੀਨਾਂ ਦਾ ਸੁਧਾਰ ਹੇਠ ਲਿਖੇ ਅਨੁਸਾਰ ਆਪਾਂ ਕਰ ਸਕਦੇ ਹਾਂ। ਸਭ ਲੂਣੀਆਂ ਭੂਮੀਆਂ ਦਾ ਸੁਧਾਰ। ਲੂਣੀਆਂ ਭੂਮੀਆਂ ਵਿੱਚ ਵਾਧੂ ਲੂਣਾਂ ਨੂੰ ਧੋ ਕੇ ਲੂਣਾਂ ਨੂੰ ਬਾਹਰ ਕੱਢਣ ਲਈ ਖੇਤ ਨੂੰ ਚੰਗੀ ਤਰ੍ਹਾਂ ਪਾਣੀ ਨਾਲ ਭਰ ਲਿਆ ਜਾਂਦਾ ਹੈ ਅਤੇ ਪਾਣੀ ਵਿੱਚ ਕਲਟੀਵੇਟਰ ਜਾਂ ਹਲ ਚਲਾ ਕੇ ਲੂਣਾਂ ਨੂੰ ਪਾਣੀ ਵਿੱਚ ਘੋਲਿਆ ਜਾਂਦਾ ਹੈ। ਪਾਣੀ ਲੱਗੇ ਖੇਤ ਵਿੱਚ ਵਾਹੀ ਕਰਨ ਨੂੰ ਕੱਦੂ ਕਰਨਾ ਕਹਿੰਦੇ ਹਨ। ਆਪਾਂ ਝੋਨੇ ਵੇਲੇ ਵੀ ਕੱਦੂ ਕਰਦੇ ਨੇ, ਉਸੇ ਤਰ੍ਹਾਂ ਲੂਣੀਆਂ ਭੂਮੀਆਂ ਦੇ ਸੁਧਾਰ ਲਈ ਵੀ ਉਹਨੂੰ ਪਾਣੀ ਲੱਗੇ ਖੇਤ ਜਦੋਂ ਵਾਹੀ ਕਰਦੀ ਉਹਨੂੰ ਕੱਦੂ ਕਹਿੰਦੇ ਹਨ। ਜਦ ਇਹ ਲੂਣ ਪਾਣੀ ਵਿੱਚ ਘੁੱਲ ਜਾਂਦੇ ਹਨ ਤਾਂ ਇਸ ਪਾਣੀ ਨੂੰ ਖੇਤ ਵਿੱਚੋਂ ਬਾਹਰ ਸੇਮ ਨਾਲੇ ਵਿੱਚ ਕੱਢਿਆ ਜਾਂਦਾ ਹੈ, ਤਾਂ ਜੋ ਇਹ ਲੂਣ ਰਲਿਆ ਪਾਣੀ ਦੂਸਰੀ ਭੂਮੀ ਵਿੱਚ ਪੈ ਕੇ ਉਸ ਨੂੰ ਖਰਾਬ ਨਾ ਕਰ ਸਕੇ। ਬੱਚੋ ਇਸ ਦਾ ਬਹੁਤ ਖਿਆਲ ਰੱਖਣਾ ਕਿ ਇਸ ਲੂਣੀ ਭੂਮੀਆਂ 'ਚੋਂ ਪਾਣੀ ਕੱਢਿਆ ਹੈ ਦੂਜੀ ਜ਼ਮੀਨ 'ਚ ਨਾ ਭੇਜੀਏ। ਜੇਕਰ ਸੇਮ ਨਾਲਾ ਨੇੜੇ ਨਹੀਂ ਹੈ ਤਾਂ ਲੂਣਾਂ ਵਾਲੇ ਪਾਣੀ ਨੂੰ ਖੇਤ ਵਿੱਚ ਜੀਰਨ ਦਿਓ। ਜੇ ਸਿੰਚਾਈ ਲਈ ਚੰਗੇ ਪਾਣੀ ਦਾ ਪ੍ਰਬੰਧ ਨਾ ਹੋਵੇ ਤਾਂ ਜ਼ਮੀਨ ਉੱਪਰ ਵਾਧੂ ਲੂਣਾਂ ਦੀ ਉੱਪਰਲੀ ਫਲਵਟੀ ਤਹਿ ਨੂੰ ਜਿੰਦਰੇ ਜਾਂ ਟਰੈਕਟਰ ਵਾਲੇ ਕਰਾਹੇ ਨਾਲ ਖੁਰਚ ਕੇ ਪਾਸੇ ਹਟਾਇਆ ਜਾ ਸਕਦਾ ਹੈ। ਇਹਨਾਂ ਹਟਾਏ ਗਏ ਲੂਣਾਂ ਨੂੰ ਕਿਸੇ ਡੂੰਘੇ ਟੋਏ ਵਿੱਚ ਦਬਾ ਦੇਣਾ ਚਾਹੀਦਾ ਹੈ। ਬੱਚੋ ਖਾਰੀ ਭੂਮੀਆਂ ਦਾ ਸੁਧਾਰ ਕਿੱਦਾਂ ਕਰਾਂਗੇ? ਹਰ ਖੇਤ ਦੇ ਦੁਆਲੇ ਮਜ਼ਬੂਤ ਵੱਟਾਂ ਬਣਾਓ ਤਾਂ ਕਿ ਪਾਣੀ ਇੱਕ ਖੇਤ ਵਿੱਚੋਂ ਰੁੜ ਕੇ ਦੂਜੇ ਖੇਤ ਵਿੱਚ ਨਾ ਜਾ ਸਕੇ। ਖੇਤ ਪੱਧਰ ਹੋਣ ਤਾਂ ਕਿ ਸਾਰੇ ਖੇਤ ਵਿੱਚ ਇਕਸਾਰ ਪਾਣੀ ਖੜੇ। ਕਲਰ ਵਾਲੇ ਖੇਤਾਂ ਦੀ ਮਿੱਟੀ ਅਤੇ ਟਿਊਬਵੈੱਲ ਦੇ ਪਾਣੀ ਦੀ ਪਰਖ ਕਰਵਾਓ। ਮਿੱਟੀ ਪਰਖ ਰਿਪੋਰਟ ਦੇ ਆਧਾਰ 'ਤੇ ਜਿਪਸਮ ਦੀ ਲੋੜੀਂਦੀ ਮਾਤਰਾ ਖੇਤ ਵਿੱਚ ਇਕਸਾਰ ਖਿਲਾਰੋ। ਫਿਰ ਇੱਕ ਵਾਹੀ ਕਰ ਦਿਓ। ਵਾਹੀ ਤੋਂ ਬਾਅਦ ਖੇਤ ਨੂੰ ਚੰਗਾ ਭਰਵਾਂ ਪਾਣੀ ਦਿਓ। ਖੇਤ ਥੋੜ੍ਹਾ ਸੁੱਕ ਜਾਣ 'ਤੇ ਇੱਕ ਹੋਰ ਭਰਵਾਂ ਪਾਣੀ ਲਾਓ। ਜਦੋਂ ਖੇਤ ਵਿੱਚੋਂ ਪਾਣੀ ਖੜਾ ਹੋਣ ਦੀ ਥਾਂ ਜੀਰਨ ਲੱਗ ਜਾਵੇ ਤਾਂ ਸਮਝੋ ਕਲਰ ਸੁਧਾਰ ਹੋ ਗਿਆ ਹੈ। ਜਦੋਂ ਬੱਚੋ ਪਾਣੀ ਜੀਰਨ ਲੱਗ ਪੈਂਦਾ ਤਾਂ ਖੜਾ ਨਹੀਂ ਰਹਿੰਦਾ ਖੇਤ ਵਿੱਚ, ਇਸ ਦਾ ਮਤਲਬ ਹੈ ਤੁਸੀਂ ਕਲਰ ਭੂਮੀ ਦਾ ਸੁਧਾਰ ਕਰ ਲਿਆ ਤਾਂ ਤੁਸੀਂ ਕਾਮਯਾਬ ਹੋ ਗਏ ਹੋ। ਬੱਤਰ ਆਉਣ 'ਤੇ ਹਰੀ ਖਾਦ ਲਈ ਜੰਤਰ ਦੀ ਬਿਜਾਈ ਕਰੋ। ਜੰਤਰ ਦੀ ਫਸਲ 2 ਮਹੀਨੇ ਦੀ ਹੋਣ 'ਤੇ ਤਵੀਆਂ ਨਾਲ ਵਾਹੋ ਅਤੇ ਕੱਦੂ ਕਰਨ ਉਪਰੰਤ ਝੋਨਾ ਲਾ ਸਕਦੇ ਹੋ। ਫਿਰ ਵਿੱਚ ਸੇਮ ਵਾਲੀ ਭੂਮੀਆਂ ਦਾ ਕਿੱਦਾਂ ਆਪਾਂ ਸੁਧਾਰ ਕਰਾਂਗੇ? ਜਿਨ੍ਹਾਂ ਜ਼ਮੀਨਾਂ ਵਿੱਚ ਹੇਠਲੇ ਪਾਣੀ ਦੀ ਸਤ੍ਹਾ ਇੰਨੀ ਉੱਪਰ ਆ ਜਾਂਦੀ ਹੈ ਕਿ ਬੂਟੇ ਦੀਆਂ ਜੜ੍ਹਾਂ ਵਾਲੀ ਥਾਂ 'ਤੇ ਜ਼ਮੀਨ ਦੇ ਮੁਸਾਮ ਪਾਣੀ ਨਾਲ ਭਰੇ ਰਹਿੰਦੇ ਹਨ ਅਤੇ ਜ਼ਮੀਨ ਹਮੇਸ਼ਾ ਗਿੱਲੀ ਹੀ ਰਹਿੰਦੀ ਹੈ, ਉਹਨਾਂ ਨੂੰ ਸੇਮ ਵਾਲੀ ਜ਼ਮੀਨਾਂ ਕਹਿੰਦੇ ਹਨ। ਜੇ ਸਮਝ ਲੱਗ ਗਈ ਸੇਮ ਵਾਲੀ ਭੂਮੀਆਂ ਕਿਹਨਾਂ ਨੂੰ ਕਹਿੰਦੇ? ਅਜਿਹੀ ਹਾਲਤ ਵਿੱਚ ਜ਼ਮੀਨ ਵਿੱਚੋਂ ਬੂਟੇ ਦੀਆਂ ਜੜ੍ਹਾਂ ਨੂੰ ਹਵਾ ਨਹੀਂ ਮਿਲ ਸਕਦੀ ਕਿਉਂਕਿ ਹਵਾ ਦੀ ਆਵਾਜਾਈ ਘਟ ਜਾਂਦੀ ਹੈ। ਇਸ ਤਰ੍ਹਾਂ ਜ਼ਮੀਨ ਵਿੱਚ ਆਕਸੀਜਨ ਦੀ ਮਾਤਰਾ ਘੱਟ ਹੋ ਜਾਂਦੀ ਹੈ ਅਤੇ ਕਾਰਬਨ ਡਾਈਆਕਸਾਈਡ ਦੀ ਮਾਤਰਾ ਵੱਧ ਜਾਂਦੀ ਹੈ। ਬੱਚੋ ਇਹਦੇ 'ਚ ਆਕਸੀਜਨ ਦੀ ਮਾਤਰਾ ਘਟ ਜਾਂਦੀ ਹੈ ਅਤੇ ਕਾਰਬਨ ਡਾਈਆਕਸਾਈਡ ਦੀ ਮਾਤਰਾ ਵੱਧ ਜਾਂਦੀ ਹੈ। ਆਮ ਕਰਕੇ ਜਦੋਂ ਧਰਤੀ ਹੇਠਲੇ ਪਾਣੀ ਦੀ ਸਤ੍ਹਾ 0 ਤੋਂ ਲੈ ਕੇ 1.5 ਮੀਟਰ ਹੁੰਦੀ ਹੈ ਤਾਂ ਉਸ ਜ਼ਮੀਨ ਨੂੰ ਸੇਮ ਵਾਲੀ ਜ਼ਮੀਨ ਕਹਿੰਦੇ ਹਨ। ਆਮ ਤੌਰ 'ਤੇ ਬੱਚੋ ਜਦੋਂ ਆਪਣੇ ਹੇਠਲੇ ਪਾਣੀ ਦੀ ਸਤ੍ਹਾ ਸਿਰਫ
ਸਿਫਰ ਤੋਂ ਲੈ ਕੇ 1.5 ਮੀਟਰ ਹੀ ਹੁੰਦੀ ਹੈ, ਤਾਂ ਉਸ ਜ਼ਮੀਨ ਨੂੰ ਸੇਮ ਵਾਲੀ ਜ਼ਮੀਨ ਕਹਿੰਦੇ। ਪਾਣੀ ਇਹਦੇ 'ਚ ਬਹੁਤ ਉੱਚਾ ਹੁੰਦਾ। ਇੱਥੇ ਤੁਸੀਂ ਇਲਾਕਿਆਂ 'ਚ, ਸੇਮ ਵਾਲੇ ਇਲਾਕਿਆਂ 'ਚ ਜਾਓਗੇ, ਮੋਟਰਾਂ 'ਤੇ ਖੂਹੀਆਂ ਨਹੀਂ ਪੁੱਟਣੀਆਂ ਪੈਂਦੀਆਂ, ਉੱਤੋਂ ਹੀ ਪਾਣੀ ਆਈ ਜਾਂਦਾ ਉਹਨਾਂ ਦਾ। ਸੇਮ ਦੀ ਸਮੱਸਿਆ ਨੂੰ ਹੱਲ ਕਰਨ ਲਈ ਕਈ ਤਰੀਕੇ ਵਰਤੇ ਜਾਂਦੇ ਹਨ, ਜਿਵੇਂ ਕਿ ਖੜ੍ਹੇ ਪਾਣੀ ਦਾ ਸੇਮ ਨਾਲੇ ਦੁਆਰਾ ਨਿਕਾਸ, ਵਧੇਰੇ ਟਿਊਬਵੈੱਲ ਲਾ ਕੇ ਹੇਠਲੇ ਪਾਣੀ ਦੀ ਵਰਤੋਂ, ਜੰਗਲਾਤ ਹੇਠ ਰਕਬਾ ਵਧਾਉਣਾ, ਝੋਨਾ, ਗੰਨਾ ਆਦਿ ਫਸਲਾਂ ਦੀ ਕਾਸ ਅਤੇ ਨਹਿਰੀ ਪਾਣੀ ਦੀ ਸੁਚੱਜੀ ਵਰਤੋਂ ਕਰਨੇ ਨਾਲ ਸੇਮ ਭੂਮੀਆਂ 'ਚ ਵੀ ਆਪਾਂ ਫਸਲ ਉਗਾ ਸਕਦੇ ਹਾਂ। ਸੋ ਬੱਚੋ, ਇਹ ਸੀ ਆਪਣਾ ਖੇਤੀਬਾੜੀ ਦੀ 8ਵੀਂ ਜਮਾਤ ਦਾ ਪਹਿਲਾ ਪਾਠ, ਭੂਮੀ ਅਤੇ ਭੂਮੀ ਸੁਧਾਰ। ਆਪ ਸਾਰੇ ਬੱਚਿਆਂ ਨੂੰ ਬੇਨਤੀ ਹੈ ਕਿ ਇਸ ਪਾਠ ਨੂੰ 2-3 ਵਾਰ ਜ਼ਰੂਰ ਸੁਣੋ, ਅਤੇ ਕੱਲ੍ਹ ਆਪਾਂ ਇਸ ਪਾਠ ਦੇ ਪ੍ਰਸ਼ਨ ਉੱਤਰ ਕਰਾਂਗੇ, ਅਤੇ ਉਦੋਂ ਬਾਅਦ ਤੁਹਾਡਾ ਪੇਪਰ ਵੀ ਲਿਆ ਜਾਏਗਾ, ਜਿਸ ਦਾ ਸਾਨੂੰ ਉਮੀਦ ਹੈ ਕਿ ਤੁਸੀਂ ਪਾਠ ਤੋਂ ਚੰਗੀ ਤਰ੍ਹਾਂ ਸਮਝ ਗਏ ਹੋਗੇ ਅਤੇ ਜਵਾਬ ਵੀ ਚੰਗੀ ਤਰ੍ਹਾਂ ਦੇ ਸਕੋਗੇ। ਅਤੇ ਇਸ ਚੈਨਲ ਨੂੰ ਜ਼ਰੂਰ ਸਬਸਕ੍ਰਾਈਬ ਕਰਨਾ, ਅਤੇ ਹੇਠਾਂ ਦਰਸਾਏ ਆਈਕਨ ਬੈਲ ਦਾ ਜਿਹੜਾ ਜ਼ਰੂਰ ਦਬਾਉਣਾ ਹੈ। ਧੰਨਵਾਦ।